ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਇਸ ਆਨਲਾਈਨ ਸੈਸ਼ਨ ਦੇ ਵਿੱਚ ਸਵਾਗਤ ਹੈ। ਆਪਣੀ ਡਿਸਕਸ਼ਨ ਚੱਲ ਰਹੀ ਸੀਗੀ ਮਾਸਟਰ ਕੇਡਰ ਦੇ ਪੁਰਾਣੇ ਪੇਪਰਾਂ ਨੂੰ ਲੈ ਕੇ, ਜਿਹਦੇ ਵਿੱਚ ਹਿਸਟਰੀ ਨੂੰ ਲੈ ਕੇ ਆਪਾਂ ਇੱਕ ਪਹਿਲੀ ਵੀਡੀਓ ਹੁਣ ਤੱਕ YouTube ਚੈਨਲ ਦੇ ਉੱਤੇ ਸ਼ੇਅਰ ਕੀਤੀ ਸੀ। ਪਹਿਲੇ ਕੁਝ 20 ਕੁਐਸਚਨਸ ਆਪਾਂ ਡਿਸਕਸ ਕੀਤੇ ਸੀ। ਉਸੇ ਸੀਰੀਜ਼ ਨੂੰ ਅੱਗੇ ਫਰਦਰ ਮੈਂ ਕੰਟੀਨਿਊ ਕਰੂੰਗਾ ਇਸ ਲੈਕਚਰ ਦੇ ਵਿੱਚ। ਉਹੀ ਪ੍ਰੀਵੀਅਸ ਈਅਰ ਦੇ ਕੁਐਸਚਨਸ ਆਪਾਂ ਡਿਸਕਸ ਕਰਾਂਗੇ। ਪਹਿਲਾਂ ਵੀ ਮੈਂ ਗੱਲ ਕਲੀਅਰ ਕੀਤੀ ਸੀ ਕਿ ਵਨ ਲਾਈਨਰ ਕੁਐਸਚਨ ਨੇ ਸਾਰੇ। ਇਹ ਵਨ ਲਾਈਨਰ ਕੁਐਸਚਨ ਤੁਹਾਡੇ PSSB ਦੇ ਐਗਜ਼ਾਮ, ਈਵਨ ਕਿ PPSC 'ਚ ਵੀ ਜਿਹੜੇ ਵਨ ਲਾਈਨਰ ਕੁਐਸਚਨ ਆਉਂਦੇ ਨੇ ਉਹਦੇ ਲਈ ਵੀ ਬਹੁਤ ਹੀ ਮਹੱਤਵਪੂਰਨ ਨੇ। ਇਸ ਕਰਕੇ ਇਹ ਸੋਚ ਕੇ ਕਿ ਇਹ ਤਾਂ ਇਕੱਲੀ ਮਾਸਟਰ ਕੇਡਰ ਦੀ ਵੀਡੀਓ ਆ, ਇਹਨੂੰ ਛੱਡ ਦੇਣਾ ਬੇਵਕੂਫੀ ਹੋਏਗੀ। ਮਤਲਬ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਕੁਐਸਚਨ ਜਿਹੜੇ ਆਪਾਂ ਡਿਸਕਸ ਕਰਾਂਗੇ, ਤੁਸੀਂ ਪ੍ਰੀਵੀਅਸ ਈਅਰ ਚੱਕਿਓ PSSB ਦੇ ਕੁਐਸਚਨ ਪੇਪਰ, ਉਹਦੇ ਵਿੱਚ ਵੀ ਐਜ਼ ਇਟ ਇਜ਼ ਹੀ ਪਏ ਹੋਣਗੇ। ਤਾਂ ਦੋਨਾਂ ਦੇ ਲਈ ਬੈਨੀਫੀਸ਼ੀਅਲ ਰਹਿਣਗੇ। ਪਹਿਲਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਆਲਰੇਡੀ ਮਾਸਟਰ ਕੇਡਰ ਦਾ, ਠੀਕ ਹੈ, ETT ਦਾ, ਟੈਟ ਦਾ, ਦੇਖੋ PPSC PSSB ਦਾ ਸਾਡੇ ਆਲਰੇਡੀ ਕੋਰਸਿਸ ਚੱਲ ਹੀ ਰਹੇ ਨੇ। ਇਹ ਵੀ ਰੀਸੈਂਟਲੀ ਅਸੀਂ ਨੇ ਸ਼ੁਰੂ ਕੀਤਾ ਮਾਸਟਰ ਕੇਡਰ, ETT ਤੇ ਟੈਟ ਦਾ, ਜਿਹਦੀ ਰਿਗਾਰਡਿੰਗ ਸੀਰੀਜ਼ ਤੁਹਾਡੇ ਨਾਲ ਚੱਲ ਹੀ ਰਹੀ ਹੈ, ਤੁਹਾਡੇ ਨਾਲ ਅਸੀਂ ਡਿਸਕਸ ਕਰ ਹੀ ਰਹੇ ਹਾਂ। ਤੇ ਜੇ ਕੋਈ ਤੁਹਾਡਾ ਕੋਈ ਸੰਗੀ ਸਾਥੀ ਆ, ਕੋਈ ਪੁੱਛਦਾ, ਤਾਂ ਤੁਸੀਂ ਉਹਨੂੰ ਰਿਕਮੈਂਡ ਕਰ ਸਕਦੇ ਹੋ ਕਿ ਹਾਂ ਤੁਸੀਂ ਡੈਮੋ ਕਲਾਸਿਸ ਅਟੈਂਡ ਕਰਕੇ ਦੇਖ ਸਕਦੇ ਹੋ। ਈਵਨ ਜੋ ਡੈਮੋ ਵੀਡੀਓਜ਼ ਪਈਆਂ ਨੇ ਤੁਹਾਡੇ ਕੋਲੇ ਸਾਹਮਣੇ YouTube ਤੇ, ਉਹ ਵੀਡੀਓਜ਼ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਕਿਸ ਲੈਵਲ ਦਾ ਅਸੀਂ ਟੀਚ ਕਰਵਾ ਰਹੇ ਹਾਂਗੇ ਮਾਸਟਰ ਕੇਡਰ ਦੇ ਲਈ ਜਾਂ ਫਿਰ ETT ਟੈਟ ਵਰਗੇ ਕੋਰਸਿਸ ਲਈ। ਇਹਦੇ ਲਈ ਸਪੈਸੀਫਿਕਲੀ ਕੋਈ ਹੋਰ ਕੁਐਰੀ ਹੈ ਤੁਹਾਡੀ ਕਿਸੇ ਤਰ੍ਹਾਂ ਦੀ ਇਸ ਕੋਰਸਿਸ ਨੂੰ ਲੈ ਕੇ, ਸਪੈਸ਼ਲੀ ਮਾਸਟਰ ਕੇਡਰ, ETT ਤੇ ਟੈਟ ਨੂੰ ਲੈ ਕੇ, ਤਾਂ ਆਹ ਦੋ ਨੰਬਰ ਨੇ 9417443030, 7087405454। ਇਹ ਮੇਰੇ ਆਪਣੇ ਪਰਸਨਲ ਨੰਬਰਸ ਨੇ, ਠੀਕ ਹੈ। ਤਾਂ ਤੁਸੀਂ ਮੇਰੇ ਨਾਲ ਕਿਸੇ ਵੀ ਟਾਈਮ ਕੰਟੈਕਟ ਕਰ ਸਕਦੇ ਹੋ ਤੇ ਇਨਫੋਰਮੇਸ਼ਨ ਲੈ ਸਕਦੇ ਹੋ। ਤੇ ਹੁਣ ਆਪਾਂ ਇਸ ਤੋਂ ਬਾਅਦ ਆਪਣਾ ਅੱਗੇ ਫਰਦਰ ਸ਼ੁਰੂ ਕਰਦੇ ਹਾਂ 21st ਕੁਐਸਚਨ ਤੋਂ। ਪਹਿਲੇ 20 ਕੁਐਸਚਨ ਆਪਾਂ ਡਿਸਕਸ ਕਰ ਲਏ ਸੀ, ਤਾਂ 21st ਕੁਐਸਚਨ ਜਿਹੜਾ ਅੱਜ ਦਾ ਆਪਣਾ ਪਹਿਲਾ ਕੁਐਸਚਨ ਰਹੇਗਾ ਕੀ ਹੈ, ਹੂ ਸਕਸੀਡਡ ਲਾਰਡ ਵੇਬਲ ਐਜ਼ ਦਾ ਵਾਇਸਰਾਏ ਇਨ ਇੰਡੀਆ। ਭਾਰਤ ਵਿੱਚ ਵਾਇਸਰਾਏ ਦੇ ਤੌਰ ਤੇ ਲਾਰਡ ਵੇਬਲ ਦਾ ਉੱਤਰਾਧਿਕਾਰੀ ਕੌਣ ਸੀਗਾ? ਦੇਖੋ, ਲਾਰਡ ਵੇਬਲ ਆਖਰੀ ਦੌਰ ਦੇ ਵਿੱਚ ਜਦੋਂ ਭਾਰਤ ਆਜ਼ਾਦ ਹੁੰਦਾ, ਉਹ ਪਹਿਲੇ ਦੂਜੇ ਸੈਕੰਡ ਲਾਸਟ ਕਹਿ ਲਓ ਜਾਂ ਲਾਸਟ ਕਹਿ ਲਓ, ਉਹਨਾਂ ਜਨਰਲਾਂ ਦੇ ਵਿੱਚੋਂ ਇੱਕ ਜਨਰਲ ਸੀ। 1944 ਤੋਂ ਲੈ ਕੇ 44 ਤੋਂ 47 ਤੱਕ ਦਾ ਦੌਰ ਰਿਹਾ, ਜਿਹੜੇ ਟਾਈਮ ਦੇ ਵਿੱਚ ਲਾਰਡ ਵੇਬਲ ਇੱਥੇ ਸਾਡੇ ਵਾਇਸਰਾਏ ਸੀਗਾ ਜਾਂ ਗਵਰਨਰ ਜਨਰਲ ਸੀ, ਤੁਸੀਂ ਕਹਿ ਸਕਦੇ ਹੋ, ਭਾਰਤ ਦਾ। ਤੇ ਇਹਦੇ ਦੌਰ ਦੇ ਵਿੱਚ ਕਾਫੀ ਮਹੱਤਵਪੂਰਨ ਇਵੈਂਟ ਹੋਏ, ਠੀਕ ਹੈ। ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਸ਼ਿਮਲਾ ਵਾਲੀ ਕਾਨਫਰੰਸ ਹੋਈ, ਵੇਬਲ ਪਲਾਨ ਲੈ ਕੇ ਆਇਆ ਸੀ ਇਹ ਆਪਣਾ, ਉਹ ਵੀ ਇਸੇ ਕਾਲ ਦੇ ਵਿੱਚ ਹੀ ਹੋਇਆ ਪੂਰੇ ਦਾ ਪੂਰਾ, ਠੀਕ ਹੈ। ਤਾਂ ਇਹਦਾ ਦੌਰ ਸੀ ਜਿਹੜਾ 1944 ਤੋਂ 47 ਸੀ। ਫਿਰ ਤੁਸੀਂ ਕਹੋਗੇ ਕਿ ਇਹ ਸਭ ਤੋਂ ਲਾਸਟ ਸੀ, ਕਿਉਂਕਿ 47 'ਚ ਤਾਂ ਸਾਡਾ ਦੇਸ਼ ਹੀ ਆਜ਼ਾਦ ਹੋ ਗਿਆ ਸੀਗਾ, ਪਰ ਇਹ ਲਾਸਟ ਨਹੀਂ ਸੀ। 1947 'ਚ ਇਸ ਤੋਂ ਬਾਅਦ ਇਹਨੂੰ ਬਦਲ ਕੇ ਇਹਦੀ ਜਗ੍ਹਾ ਤੇ ਕਿਹਨੂੰ ਲੈ ਆਂਦਾ ਸੀਗਾ? ਮਾਊਂਟਬੈਟਨ ਨੂੰ। ਲੂਇਸ ਮਾਊਂਟਬੈਟਨ ਸਾਡਾ ਈਵਨ ਕਿ ਆਜ਼ਾਦ ਹੋਣ ਤੋਂ ਬਾਅਦ ਵੀ ਜਿਹੜਾ ਭਾਰਤ ਦਾ ਪਹਿਲਾ ਗਵਰਨਰ ਜਨਰਲ ਸੀਗਾ, ਉਹ ਵੀ ਅੰਗਰੇਜ਼ ਹੀ ਸੀ। ਕੌਣ ਸੀ? ਲਾਰਡ ਮਾਊਂਟਬੈਟਨ। ਇਸ ਗੱਲ ਨੂੰ ਯਾਦ ਰੱਖਿਓ। ਪਾਕਿਸਤਾਨ ਨੇ ਨਹੀਂ ਐਕਸੈਪਟ ਕਰਿਆ ਸੀ। ਜੇ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਂਦਾ ਕਿ ਪਾਕਿਸਤਾਨ ਦਾ ਗਵਰਨਰ ਜਨਰਲ ਵੀ ਇਹੀ ਸੀ, ਨੋ, ਗਲਤ ਹੋਏਗਾ। ਉਹਨਾਂ ਦਾ ਗਵਰਨਰ ਜਨਰਲ ਮਾਊਂਟਬੈਟਨ ਨਹੀਂ ਸੀ, ਸਿਰਫ ਇੰਡੀਆ ਨੇ ਹੀ ਮਾਊਂਟਬੈਟਨ ਨੂੰ ਆਪਣਾ ਗਵਰਨਰ ਜਨਰਲ ਚੂਜ਼ ਕੀਤਾ ਸੀਗਾ, ਠੀਕ ਹੈ। ਉਸ ਤੋਂ ਬਾਅਦ ਜਦੋਂ ਇਹ ਚਲਾ ਜਾਂਦਾ, ਫਿਰ ਸੀ ਗੋਪਾਲਾਚਾਰਿਆ ਜੀ ਸਾਡੇ ਜਿਹੜੇ ਹੈਗੇ ਨੇ, ਉਹ ਪਹਿਲੇ ਗਵਰਨਰ ਜਨਰਲ ਬਣਦੇ ਨੇ, ਜਿਹਨੂੰ ਦੋ ਤਰੀਕੇ ਦੇ ਕੁਐਸਚਨ ਹੋ ਸਕਦੇ ਨੇ। ਆਜ਼ਾਦੀ ਤੋਂ ਬਾਅਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕੌਣ ਸੀ? ਤਾਂ ਆਨਸਰ ਬਣੇਗਾ ਲੂਇਸ ਮਾਊਂਟਬੈਟਨ। ਪਹਿਲਾ ਭਾਰਤੀ ਕਿਹੜਾ ਸੀ ਜਿਹੜਾ ਗਵਰਨਰ ਜਨਰਲ ਬਣਿਆ? ਫਿਰ ਸੀ ਰਾਜਾ ਗੋਪਾਲਾਚਾਰਿਆ ਬਣੇਗਾ, ਠੀਕ ਹੈ। ਤਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਓ, ਇੰਪੋਰਟੈਂਟ ਕੁਐਸਚਨ ਹੈ। ਅੱਛਾ, ਫਿਰ ਮੈਨੂੰ ਇਹ ਦੱਸ ਦਿਓ ਕਮੈਂਟ ਬਾਕਸ 'ਚ, ਮੈਨੂੰ ਦੱਸੋ ਕਿ ਜੇ ਪਾਕਿਸਤਾਨ ਦਾ ਗਵਰਨਰ ਜਨਰਲ ਮਾਊਂਟਬੈਟਨ ਨਹੀਂ ਸੀਗਾ ਜਦੋਂ ਆਜ਼ਾਦ ਹੋ ਗਏ, ਦੋ ਦੇਸ਼ ਅਲੱਗ ਹੋ ਗਏ, ਤਾਂ ਉਸ ਟਾਈਮ ਦੇ ਉੱਤੇ 47 ਦੇ ਵਿੱਚ ਪਾਕਿਸਤਾਨ ਦਾ ਗਵਰਨਰ ਜਨਰਲ ਕੌਣ ਬਣਿਆ ਸੀ? ਦੇਖਦਾ ਤੁਹਾਡੇ 'ਚੋਂ ਕਿੰਨੇ ਕੁ ਆਨਸਰ ਕਰ ਪਾਉਂਦੇ ਨੇ। ਇਸ ਚੀਜ਼ ਦਾ ਆਨਸਰ ਤੁਸੀਂ ਕਮੈਂਟ ਬਾਕਸ ਦੇ ਵਿੱਚ ਮੈਨੂੰ ਜ਼ਰੂਰ ਆਨਸਰ ਕਰਿਓ ਕਿ ਪਾਕਿਸਤਾਨ ਦਾ ਪਹਿਲਾ ਗਵਰਨਰ ਜਨਰਲ ਕੌਣ ਬਣਦਾ ਹੈ ਜਦੋਂ ਦੇ ਪੈਰਲਲ ਭਾਰਤ ਦੇ ਵਿੱਚ ਮਾਊਂਟਬੈਟਨ ਬਣਦਾ ਹੈ। ਲਓ ਜੀ, ਅੱਗੇ ਚੱਲਦੇ ਹਾਂ। ਲਾਸਟ ਪ੍ਰੀਮੀਅਰ ਆਫ ਪੰਜਾਬ ਬਿਫੋਰ ਪਾਰਟੀਸ਼ਨ। ਤੁਹਾਨੂੰ ਪਤਾ ਹੋਊਗਾ ਕਿ ਪੰਜਾਬ ਦੇ ਵਿੱਚ ਪਹਿਲਾਂ ਪ੍ਰੀਮੀਅਰ ਲਾਏ ਜਾਂਦੇ ਸੀ, ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਮੁੱਖ ਮੰਤਰੀ, ਜਿਵੇਂ ਅੱਜ ਦਾ, ਉਸ ਟਾਈਮ ਉਦੋਂ ਉਹਨੂੰ ਪ੍ਰੀਮੀਅਰ ਕਿਹਾ ਜਾਂਦਾ ਸੀਗਾ। ਪਾਰਟੀਸ਼ਨ ਤੋਂ ਪਹਿਲਾਂ 1947 ਤੋਂ ਪਹਿਲਾਂ ਪ੍ਰੀਮੀਅਰ ਕਿਹੜੇ ਸੀ? ਜੇ ਤੁਹਾਨੂੰ ਲਾਸਟ ਪੁੱਛ ਲਿਆ ਜਾਂਦਾ
ਤਾਂ ਮੇਰੇ ਕੋਲੇ ਜਿਹੜਾ ਇੱਥੇ ਆਨਸਰ ਹੈ ਉਹ ਤਾਂ ਬੜਾ ਸਿੰਪਲ ਬਣ ਗਿਆ ਕਿ ਖਿਜ਼ਰ ਹਯਾਤ ਖਾਨ ਟਿਵਾਣਾ। ਜੇ ਤੁਹਾਨੂੰ ਇੱਥੇ ਪੁੱਛ ਲੈਂਦੇ ਕਿ ਪਹਿਲਾ ਪ੍ਰੀਮੀਅਰ ਕਿਹੜਾ ਸੀ, ਉਹ ਇਹਦੇ ਪਿਤਾ ਸੀਗੇ ਸਿਕੰਦਰ ਹਯਾਤ ਖਾਨ। ਯੂਨੀਅਨਿਸਟ ਪਾਰਟੀ ਸੀ, ਯਾਦ ਰੱਖਿਓ ਯੂਨੀਅਨਿਸਟ ਪਾਰਟੀ। ਤੁਹਾਡੇ ਤੋਂ ਇਹ ਵੀ ਪੁੱਛਿਆ ਜਾ ਸਕਦਾ ਕਿ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ ਇਹ, ਯੂਨੀਅਨਿਸਟ ਪਾਰਟੀ ਨਾਲ ਸੰਬੰਧ ਰੱਖਦੇ ਸੀਗੇ। ਜ਼ਿਆਦਾਤਰ ਕੀ 47 ਤੱਕ ਆਉਂਦੇ ਇਸੇ ਪਾਰਟੀ ਨੇ ਹੀ ਪੰਜਾਬ ਦੇ ਉੱਤੇ ਰਾਜ ਕੀਤਾ, ਚਾਹੇ ਇਹਨਾਂ ਦੀਆਂ ਸੀਟਾਂ ਵੱਧ ਆਈਆਂ ਚਾਹੇ ਘੱਟ ਆਈਆਂ। ਇਸ ਚੀਜ਼ ਨੂੰ ਮੈਂ ਡਿਟੇਲ ਦੇ ਵਿੱਚ ਤਾਂ ਜਿਹੜੇ ਆਪਣੀ ਪੂਰੀ ਫੁੱਲ ਫਲੈਜ ਥਿਊਰੀ ਦੀ ਕਲਾਸ ਉਹਦੇ ਵਿੱਚ ਪੜ੍ਹਾਇਆ ਹੈਗਾ, ਉੱਥੇ ਤੁਸੀਂ ਜਿਨ੍ਹਾਂ ਨੇ ਕੋਰਸ ਪਰਚੇਜ਼ ਕੀਤਾ ਹੋਊਗਾ ਉਹਨਾਂ ਨੇ ਇਹ ਚੀਜ਼ ਜ਼ਰੂਰ ਜਾਣੀ ਹੋਊਗੀ ਕਿ ਯੂਨੀਅਨਿਸਟ ਪਾਰਟੀ ਦਾ ਕੀ ਰੋਲ ਰਿਹਾ, ਕਿਸ ਤਰ੍ਹਾਂ ਨਾਲ ਵੱਧ ਸੀਟਾਂ ਮੁਸਲਿਮ ਲੀਗ ਦੀਆਂ ਆਉਣ ਦੇ ਬਾਵਜੂਦ ਵੀ ਕਾਂਗਰਸ ਨੇ ਯੂਨੀਅਨਿਸਟ ਪਾਰਟੀ ਦੇ ਨਾਲ ਰਲ ਕੇ ਸਰਕਾਰ ਬਣਾਈ ਪੰਜਾਬ ਦੇ ਵਿੱਚ, ਜਿਹਦੇ ਕਰਕੇ ਇੰਨੀ ਜ਼ਿਆਦਾ ਭੜਕੀ ਜਿਹੜੀ ਮੁਸਲਿਮ ਲੀਗ ਸੀਗੀ ਕਿ ਸਾਡੀ ਮੈਜੋਰਟੀ ਹੋਣ ਦੇ ਬਾਵਜੂਦ ਵੀ ਸਾਡੀ ਸਰਕਾਰ ਨਹੀਂ ਹੈਗੀ। ਉਹ ਸਾਰੀਆਂ ਗੱਲਾਂ ਆਪਾਂ ਉੱਥੇ ਡਿਸਕਸ ਕੀਤੀਆਂ, ਇੱਥੇ ਇੰਨਾ ਲੰਬਾ ਨਹੀਂ ਖਿੱਚਾਂਗੇ ਆਪਾਂ ਇਸ ਚੀਜ਼ ਨੂੰ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਫਸਟ ਆ ਜਾਂਦਾ ਤਾਂ ਸਿਕੰਦਰ ਹਯਾਤ ਖਾਨ ਟਿਵਾਣਾ, ਇੱਥੇ ਲਾਸਟ ਪੁੱਛਿਆ ਤਾਂ ਖਿਜ਼ਰ ਹਯਾਤ ਖਾਨ ਤੁਹਾਡੇ ਕੋਲੇ ਸਹੀ ਉੱਤਰ ਹੋ ਗਿਆ। ਅੱਗੇ ਆ ਜਾਓ, ਪ੍ਰਾਈਮ ਮਿਨਿਸਟਰ ਕੌਣ ਸੀ ਇੰਗਲੈਂਡ ਦਾ ਜਦੋਂ ਇੰਡੀਆ ਨੂੰ ਆਜ਼ਾਦੀ ਦਿੱਤੀ ਗਈ? ਦੇਖੋ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਜੀ ਸਮਝਾਉਣਾ, ਇੰਗਲੈਂਡ ਦੇ ਵਿੱਚ ਦੋ ਪਾਰਟੀਆਂ ਨੇ, ਇੱਕ ਪਾਰਟੀ ਦਾ ਨਾਮ ਹੈਗਾ ਲੇਬਰ ਪਾਰਟੀ, ਦੂਜੀ ਪਾਰਟੀ ਦਾ ਨਾਮ ਹੈਗਾ ਕੰਜ਼ਰਵੇਟਿਵ। ਪੰਜਾਬੀ 'ਚ ਵੀ ਆਹੀ ਹੈ, ਲੇਬਰ ਤੇ ਕੰਜ਼ਰਵੇਟਿਵ ਤੁਸੀਂ ਲਿਖ ਸਕਦੇ ਹੋ। ਜਿਹੜੀ ਤਾਂ ਲੇਬਰ ਪਾਰਟੀ ਹੈ ਇਹ ਥੋੜੀ ਜੀ ਮਤਲਬ ਤੁਸੀਂ ਐਂ ਕਹਿ ਸਕਦੇ ਹੋ ਕਿ ਇੰਡੀਆ ਦੇ ਪ੍ਰਤੀ ਸਹਾਨੂਭੂਤੀ ਰੱਖਣ ਵਾਲੀ ਪਾਰਟੀ ਸੀ, ਜਿਹੜੀ ਕਿ ਮਤਲਬ ਬਹੁਤੀ ਕੰਜ਼ਰਵ ਨਹੀਂ, ਰਾਈਟ ਵਿੰਗ ਨਹੀਂ ਹੈਗੀ ਨਾ ਲੈਫਟ ਵਿੰਗ ਆ, ਵਿਚਾਲੇ ਜਿਹੜੀ ਪਾਰਟੀ ਮੰਨ ਲਓ। ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਜਿਵੇਂ ਆਪਣੇ ਦੇਸ਼ ਨੂੰ ਲੈ ਕੇ ਬਹੁਤੀਆਂ ਚਿੰਤਤ ਕਿ ਸਾਡਾ ਦੇਸ਼ ਹੀ ਹੋਣਾ ਚਾਹੀਦਾ, ਹੋਰ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ, ਇਹ ਉਵੇਂ ਦੀ ਪਾਰਟੀ ਸੀ, ਇੰਡੀਆ ਵਿਰੁੱਧ ਬੜੀ ਉਹ ਰੱਖਦੇ ਸੀ। ਇਹ ਪਾਰਟੀ ਕੰਜ਼ਰਵੇਟਿਵ ਪਾਰਟੀ ਦਾ ਜੇ ਪੁੱਛਿਆ ਜਾਵੇ ਕਿ ਪ੍ਰਧਾਨ ਮੰਤਰੀ ਕੌਣ ਰਿਹਾ ਉਹਨਾਂ ਦੌਰਾਨ ਦੇ ਵਿੱਚ 1940 ਤੋਂ 47 ਵਾਲੇ ਦੌਰ ਦੇ ਵਿੱਚ, ਤਾਂ ਉਹ ਸੀਗੇ ਚਰਚਿਲ। ਜੇ ਤੁਹਾਡੇ ਤੋਂ ਪੁੱਛਿਆ ਜਾਵੇ ਕਿ ਲੇਬਰ ਪਾਰਟੀ ਦਾ ਕੌਣ ਹੈੱਡ ਜਾਂ ਪ੍ਰਧਾਨ ਰਿਹਾ, ਤਾਂ ਉਹ ਸੀਗੇ ਕਲੈਮੈਂਟ ਐਟਲੀ। ਤਾਂ 1946-45 ਤੱਕ ਤਾਂ ਕਿਹਦਾ ਰਾਜ ਰਹਿੰਦਾ? ਕੰਜ਼ਰਵੇਟਿਵ ਪਾਰਟੀ ਦਾ ਰਾਜ ਰਹਿੰਦਾ ਹੈ, ਠੀਕ ਹੈ, ਜਦ ਕਿ ਵਿੰਸਟਨ ਚਰਚਿਲ ਸੀ। ਬਿਲਕੁਲ ਆਜ਼ਾਦੀ ਹੋਣ ਤੋਂ ਇੱਕ ਅੱਧਾ ਸਾਲ ਕੁਝ ਮਹੀਨੇ ਪਹਿਲਾਂ ਸੱਤਾ ਦੇ ਵਿੱਚ ਆ ਜਾਂਦੀ ਹੈ ਕਿਹੜੀ ਪਾਰਟੀ? ਲੇਬਰ ਪਾਰਟੀ। ਤੇ ਲੇਬਰ ਪਾਰਟੀ ਦੇ ਕੌਣ ਪ੍ਰਧਾਨ ਮੰਤਰੀ ਉਸ ਟਾਈਮ ਬਣਦੇ ਨੇ? ਕਲੈਮਟ ਐਟਲੀ। ਤਾਂ ਕਲੈਮਟ ਐਟਲੀ ਸੀਗੇ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ ਹੈ। ਇਹਨਾਂ ਦੀ ਪਾਰਟੀ ਵੀ ਪੁੱਛੀ ਜਾ ਸਕਦੀ ਹੈ, ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਸੀ? ਲੇਬਰ ਪਾਰਟੀ ਨਾਲ ਸੰਬੰਧ ਰੱਖਦੇ ਸੀ। ਵਿੰਸਟਨ ਚਰਚਿਲ ਕਿਹਦੇ ਨਾਲ ਸੰਬੰਧ ਰੱਖਦੇ ਸੀ? ਕੰਜ਼ਰਵੇਟਿਵ ਪਾਰਟੀ ਨਾਲ। ਮੈਂ ਉਮੀਦ ਕਰਦਾ ਕਿ ਤੁਹਾਨੂੰ ਇਹ ਵੀ ਗੱਲ ਕਲੀਅਰ ਹੋ ਗਈ ਹੋਊਗੀ। ਅਗਲੇ ਕੁਐਸਚਨ ਤੇ ਚੱਲਦੇ ਹਾਂ। ਰੈਨੇਸੈਂਸ ਦਾ ਹੋਮ ਕਿਹੜੀ ਕੰਟਰੀ ਨੂੰ ਮੰਨਿਆ ਜਾਂਦਾ? ਮਤਲਬ ਕਿ ਪੁਨਰ ਜਾਗਰਤੀ ਦਾ ਘਰ ਕਿਸ ਨੂੰ ਮੰਨਿਆ ਜਾਂਦਾ? ਇਹ ਮੇਰਾ ਕੁਐਸਚਨ ਹੈ, ਤਾਂ ਜਰਾ ਸੋਚ ਕੇ ਮੈਨੂੰ ਦੱਸੋ ਰੈਨੇਸੈਂਸ ਹੁੰਦੀ ਕੀ ਹੈ। ਪਹਿਲਾਂ ਤਾਂ ਯੂਰਪ ਦੇ ਵਿੱਚ ਚਰਚ ਨੂੰ ਲੈ ਕੇ, ਜਿਵੇਂ ਆਪਣੇ ਇੱਥੇ ਗੁਰਦੁਆਰੇ ਮੰਦਿਰ ਨੇ, ਤਾਂ ਉੱਥੇ ਕ੍ਰਿਸਚਨ ਲੋਕ ਨੇ, ਜ਼ਿਆਦਾਤਰ ਤਾਂ ਚਰਚ ਹੈ, ਸੇਮ ਉਸੇ ਵੇ ਦੇ ਵਿੱਚ ਚਰਚ ਇੰਨੀ ਜ਼ਿਆਦਾ, ਤੁਸੀਂ ਕਹਿ ਲਓ ਕਿ ਇਹ ਅਰਾਊਂਡ 16ਵੀਂ ਕੀ ਸਦੀ ਦੀ ਗੱਲ ਹੈ ਕਿ ਇੰਨੇ ਜ਼ਿਆਦਾ ਜਿਹੜੇ ਕਲਰਜੀ ਕਲਾਸ ਸੀਗੀ, ਜਿਹੜੇ ਉੱਥੇ ਯਾਨੀ ਕਿ ਪ੍ਰੀਸਟ ਹੁੰਦੇ ਸੀ, ਉਹ ਸੱਤਾ ਦੇ ਵਿੱਚ ਇੰਨੇ ਇਨਵੋਲਵ ਹੋ ਕੇ ਇੰਨਾ ਭ੍ਰਸ਼ਟਾਚਾਰ ਹੋ ਚੁੱਕੇ ਸੀਗੇ, ਮਤਲਬ ਉਹ ਫਾਇਦਾ ਚੱਕਣ ਲੱਗ ਗਏ ਸੀ ਇਸ ਗੱਲ ਦਾ ਕਿ ਲੋਕਾਂ ਦੀ ਸ਼ਰਧਾ ਦਾ ਜਾਂ ਆਸਥਾ ਦਾ। ਇਹਨੂੰ ਲੈ ਕੇ ਉੱਥੇ ਇੱਕ ਮੂਵਮੈਂਟ ਖੜੀ ਹੁੰਦੀ ਆ ਇਹਨਾਂ ਦੇ ਖਿਲਾਫ। ਉਹ ਵੀ ਕ੍ਰਿਸਚੀਅਨ ਹੀ ਸੀਗੇ ਲੋਕ ਜਿਨ੍ਹਾਂ ਨੇ ਮੂਵਮੈਂਟ ਖੜਾ ਕੀਤੀ। ਉਸੇ ਨੂੰ ਬੋਲਿਆ ਗਿਆ ਪੁਨਰ ਜਾਗਰਤੀ, ਯਾਨੀ ਕਿ ਰੈਨੇਸੈਂਸ। ਰੈਨੇਸੈਂਸ ਦੇ ਵਿੱਚ ਜਿਹੜੇ ਰੈਨੇਸੈਂਸ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਸਪੈਸ਼ਲ ਨਾਮ ਦਿੱਤਾ ਗਿਆ ਪ੍ਰੋਟੈਸਟੈਂਟਸ। ਇਹ ਅਲੱਗ-ਅਲੱਗ ਇਟਲੀ 'ਚ ਵੀ ਹੋਈ, ਠੀਕ ਹੈ, ਫਿਰ ਤੁਸੀਂ ਦੇਖੋਗੇ ਸਵਿਟਜ਼ਰਲੈਂਡ ਦੇ ਵਿੱਚ ਵੀ ਆਈ, ਇਹ ਜਰਮਨ ਦੇ ਵਿੱਚ ਵੀ ਹੋਈ। ਉਹ ਮੈਂ ਨਾਮ ਵੀ ਤੁਹਾਨੂੰ ਦੱਸੂਗਾ, ਵੱਖਰੇ ਵੱਖਰੇ ਬੰਦੇ ਕਿਹੜੇ ਇਹਦੇ ਵਿੱਚ ਇਨਵੋਲਵ ਸੀ ਜਿਨ੍ਹਾਂ ਨੇ ਇੱਕ ਪਰਟੀਕੂਲਰ ਦੇਸ਼ ਦੇ ਵਿੱਚ ਰੈਨੇਸੈਂਸ ਦੇ ਵਿੱਚ ਅੱਗੇ ਹੋ ਕੇ ਕੰਮ ਕੀਤਾ। ਤਾਂ ਰੈਨੇਸੈਂਸ ਬੇਸਿਕਲੀ ਕੀ ਸੀਗਾ? ਇੱਕ ਜਾਗਰਤੀ ਸੀਗੀ, ਕਿਹਦੇ ਖਿਲਾਫ? ਉੱਥੋਂ ਦੀ ਚਰਚਿਸ ਦੇ ਖਿਲਾਫ, ਜਿਹੜੇ ਚਰਚ ਦੇ ਵਿੱਚ ਪੋਪ ਸੀਗੇ ਜਾਂ ਹੋਰ ਸੀ ਜਿਹੜੇ ਬਹੁਤ ਜ਼ਿਆਦਾ ਮਤਲਬ ਭ੍ਰਸ਼ਟ ਹੋ ਚੁੱਕੇ ਸੀਗੇ, ਉਹਨਾਂ ਨੂੰ ਜਗਾਉਣ ਲਈ ਜਾਂ ਫਿਰ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਕਿ ਇਹ ਬਾਈਬਲ ਦੇ ਅਕੋਰਡਿੰਗਲੀ ਆਪਣਾ ਕੰਮ ਨਹੀਂ ਕਰ ਰਹੇ ਹੈਗੇ। ਜੋ ਬਾਈਬਲ 'ਚ ਲਿਖਿਆ ਉਹ ਤਾਂ ਕਰਦੇ ਹੀ ਨਹੀਂ, ਇਹ ਤਾਂ ਆਪਦੀ ਸੱਤਾ ਭੋਗਣ ਲੱਗੇ ਹੋਏ ਨੇ। ਮਤਲਬ ਉੱਥੋਂ ਦੇ ਐਂਪਰਰ ਨਾਲ ਮਿਲੇ ਹੁੰਦੇ ਸੀਗੇ, ਜੋ ਐਂਪਰਰ ਕਹਿੰਦਾ ਸੀਗਾ ਉਹੀ, ਜਾਂ ਇਹ ਕਹਿੰਦੇ ਸੀ ਐਂਪਰਰ ਉਹੀ ਕਰਦਾ ਸੀ ਸੇਮ ਚੀਜ਼। ਤਾਂ ਆਹ ਸਾਰੀਆਂ ਚੀਜ਼ਾਂ ਸੀਗੀਆਂ। ਤਾਂ ਹੁਣ ਇਹਨੂੰ ਲੈ ਕੇ
ਕਿੱਥੋਂ, ਹੁਣ ਸਵਾਲ ਮੇਰੇ ਕੋਲੇ ਬਣਦਾ ਹੈ ਕਿ ਇਹ ਕਿੱਥੋਂ ਸ਼ੁਰੂ ਹੋਈ ਜਿਹੜੀ ਰੈਨੇਸੈਂਸ ਸੀਗੀ, ਤਾਂ ਇਹਦਾ ਸਹੀ ਉੱਤਰ ਹੈਗਾ ਇਟਲੀ। ਇਟਲੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ। ਮੋਸਟ ਇੰਪੋਰਟੈਂਟ ਕੁਐਸਚਨ ਹੈ ਇਹ, ਬਹੁਤ ਵਾਰ ਪੇਪਰ 'ਚ ਰਿਪੀਟ ਹੋਇਆ ਹੈਗਾ, ਵੱਖਰੇ ਵੱਖਰੇ ਪੇਪਰਾਂ 'ਚ ਰਿਪੀਟ ਹੋਇਆ, ਨਾਟ ਓਨਲੀ ਇਨ ਮਾਸਟਰ ਕੇਡਰ। ਇਟਲੀ ਤੋਂ ਇਹਦੀ ਸ਼ੁਰੂਆਤ ਹੁੰਦੀ ਹੈ, ਇਸ ਗੱਲ ਨੂੰ ਯਾਦ ਰੱਖਿਓ। ਜਿਵੇਂ ਕਿ ਮੈਂ ਤੁਹਾਨੂੰ ਦੱਸਦਾ, ਵੱਖਰੇ ਵੱਖਰੇ ਜਿਵੇਂ ਸਵਿਟਜ਼ਰਲੈਂਡ ਸੀ ਜਾਂ ਫਿਰ ਫਰਾਂਸ ਸੀ, ਠੀਕ ਹੈ, ਵੱਖਰੇ ਵੱਖਰੇ ਕੰਟਰੀਆਂ, ਜਰਮਨ ਸੀ, ਇਹਨਾਂ ਦੇ ਵਿੱਚ ਵੱਖਰੇ ਵੱਖਰੇ ਬੰਦਿਆਂ ਨੇ ਇਸ ਦੀ ਸ਼ੁਰੂਆਤ ਕੀਤੀ। ਕੀ ਤੁਹਾਡੇ ਚੋਂ ਮੈਨੂੰ ਕੋਈ ਦੱਸ ਸਕਦਾ ਕਿ ਕਿੱਥੇ ਕਿਹਨੇ ਇਹਦੀ ਸ਼ੁਰੂਆਤ ਕੀਤੀ ਸੀ? ਜਰਮਨ ਦੀ ਗੱਲ ਕਰ ਲਈਏ, ਜਰਮਨ ਦੇ ਵਿੱਚ ਮਾਰਟਿਨ ਲੂਥਰ ਸੀ। ਮਾਰਟਿਨ ਲੂਥਰ, ਮਾਰਟਿਨ ਲੂਥਰ ਦਾ ਨਾਮ ਕਈਆਂ ਨੇ ਸੁਣਿਆ ਹੋਊ। ਯੂਕੇ ਦੇ ਵਿੱਚ ਵੀ ਇਸੇ ਦਾ ਹੀ ਨਾਮ ਆਊਗਾ ਜੇ ਯੂਕੇ ਦੇ ਕੰਟੈਕਸਟ 'ਚ ਪੁੱਛ ਲਿਆ ਜਾਵੇ। ਮਾਰਟਿਨ ਲੂਥਰ ਇੱਕ ਬੰਦਾ ਸੀਗਾ ਜਿਹੜਾ ਕਿ ਸਪੈਸ਼ਲੀ, ਅੱਛਾ ਜੇ ਤੁਹਾਨੂੰ ਪੁੱਛਿਆ ਜਾਵੇ ਕਿ ਪੋਪ ਦੀ ਸੀਟ ਕਿੱਥੇ ਸੀ ਜਾਂ ਕਿੱਥੇ ਅੱਜ ਦੀ ਡੇਟ ਹੈਗੀ ਹੈ ਜਿੱਥੇ ਮੇਨ ਪੋਪ ਬੈਠਦਾ ਗਾ, ਤਾਂ ਚਲੋ ਅੱਗੇ ਕੁਐਸਚਨ ਆਊਗਾ, ਆਪਾਂ ਉਹਦੀ ਡਿਸਕਸ ਕਰਦੇ ਹਾਂ ਕਿ ਉਹਦੀ ਸੀਟ ਕਿੱਥੇ ਸੀਗੀ। ਬੇਸਿਕਲੀ ਜਿੱਥੇ ਵੀ ਉਹਦੀ ਸੀਟ ਸੀ, ਹਲੇ ਮੈਂ ਦੱਸ ਨਹੀਂ ਰਿਹਾ ਕਿਉਂਕਿ ਕੁਐਸਚਨ ਦਾ ਆਨਸਰ ਤੁਸੀਂ ਦੇਣਾ, ਉੱਥੇ ਇਹ ਮਾਰਟਿਨ ਲੂਥਰ ਪੜ੍ਹਨ ਜਾਂਦਾ, ਸਪੈਸ਼ਲੀ ਇਸੇ ਚੀਜ਼ ਦੀ ਪੜ੍ਹਾਈ ਕਰਦਾ ਹੈ, ਮਤਲਬ ਧਰਮ ਦੇ ਰਿਲੇਟਡ। ਪਰ ਉੱਥੇ ਜਾ ਕੇ ਇਹ ਦੇਖਦਾ ਹੈ ਕਿ ਯਾਰ ਜੋ ਚੀਜ਼ਾਂ ਅਸੀਂ ਸੋਚਦੇ ਹਾਂ, ਜੋ ਅਸੀਂ ਬਾਈਬਲ 'ਚ ਪੜ੍ਹਦੇ ਹਾਂ, ਉਹ ਕੁਝ ਤਾਂ ਇੱਥੇ ਹੋ ਹੀ ਨਹੀਂ ਰਿਹਾ, ਉਹ ਇੱਥੇ ਤਾਂ ਕੁਝ ਹੋਰ ਹੀ ਚੱਲ ਰਿਹਾ ਜਿਹੜੇ ਪੋਪ ਕਰਨ ਲੱਗੇ ਹੋਏ ਨੇ, ਉਸ ਟਾਈਮ ਦੇ ਮੌਕੇ ਦੇ ਪੋਪ ਸੀਗੇ। ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਇਹਨੇ ਉੱਥੇ ਮਤਲਬ ਵਿਦਰੋਹ ਕਰਦਾ, ਆਹੀ ਰੈਨੇਸੈਂਸ ਲੈ ਕੇ ਆਉਂਦਾ ਹੈ ਵੀ ਹਾਂ ਇਹ ਪਹਿਲਾਂ ਤਾਂ ਯੂਕੇ ਦੇ ਵਿੱਚ ਆ ਕੇ ਇੰਗਲਿਸ਼ ਦੇ ਵਿੱਚ ਬਾਈਬਲ ਦਾ ਕਨਵਰਜ਼ਨ ਕਰਦਾ ਹੈ, ਕਨਵਰਟ ਕਰਕੇ ਇੰਗਲਿਸ਼ ਦੇ ਵਿੱਚ ਉੱਥੋਂ ਦੇ ਲੋਕਾਂ ਨੂੰ ਸਮਝਾਉਂਦਾ ਵੀ ਹਾਂ ਦੇਖੋ ਇਹ ਕੀ ਕਰ ਰਹੀ ਹੈ ਕਲਾਸ ਤੇ ਇੱਥੇ ਕੀ ਹੋ ਰਿਹਾ। ਇਹਦੀ ਫੁੱਲ ਡਿਟੇਲ ਕਿਵੇਂ ਇਹਦੀ ਹਿਸਟਰੀ ਚੱਲੀ, ਇਹ ਵਰਲਡ ਹਿਸਟਰੀ ਦਾ ਪਾਰਟ ਹੈ, ਉੱਥੇ ਪੜ੍ਹਾਇਆ ਹੋਇਆ ਬੜੇ ਕਲੀਅਰਲੀ, ਜਾਂ ਪੜ੍ਹਾਇਆ ਜਾਏਗਾ, ਲੈਕਚਰ ਆ ਜਾਏਗਾ। ਤਾਂ ਇੰਨੀ ਡਿਟੇਲ 'ਚ ਮੈਂ ਨਹੀਂ ਜਾਂਦਾ, ਪਰ ਤੁਹਾਡੇ ਲਈ ਸਿਰਫ ਇੰਨਾ ਪਤਾ ਹੋਣਾ ਚਾਹੀਦਾ ਕਿ ਇੱਥੇ ਤੇ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਦਾ ਕੋਈ ਮੈਨੂੰ ਦੱਸ ਸਕਦਾ ਕਿ ਸਵਿਟਜ਼ਰਲੈਂਡ ਦੇ ਵਿੱਚ ਕਿਹੜਾ ਬੰਦਾ ਸੀਗਾ? ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਬੰਦਾ ਮਸ਼ਹੂਰ ਸੀ ਉਹਦਾ ਨਾਮ ਸੀਗਾ ਜ਼ਵਿੰਗਲੀ। ਜ਼ਵਿੰਗਲੀ, ਜ਼ਵਿੰਗਲੀ ਨੇ ਫੇਮਸ ਕੀਤਾ। ਫਰਾਂਸ ਮੈਨੂੰ ਤੁਸੀਂ ਨੇ ਦੱਸਣਾ, ਇਹ ਤੁਹਾਡੇ ਲਈ ਕੁਐਸਚਨ ਹੈ ਕਿ ਫਰਾਂਸ ਦੇ ਵਿੱਚ ਰੈਨੇਸੈਂਸ ਲਿਆਉਣ ਵਾਲਾ ਬੰਦਾ ਕਿਹੜਾ ਸੀ। ਆਹ 4-5 ਤਰ੍ਹਾਂ ਦੇ ਕੁਐਸਚਨ ਨੇ ਜਿਹੜੇ ਰੈਨੇਸੈਂਸ ਨੂੰ ਲੈ ਕੇ ਘੁੰਮਦੇ ਨੇ। ਇਸ ਤੋਂ ਇਲਾਵਾ ਹੋਰ ਡਿਟੇਲ ਦੇ ਵਿੱਚ ਤਾਂ ਥਿਊਰੀ ਕਲਾਸ 'ਚ ਹੀ ਪੜ੍ਹਾਇਆ ਜਾ ਸਕਦਾ ਰੈਨੇਸੈਂਸ ਦੇ ਬਾਰੇ, ਪਰ ਮੈਂ ਉਮੀਦ ਕਰਦਾ ਕਿ ਇਹਨਾਂ ਜਿਹੜੇ 5-4 ਕੁਐਸਚਨਾਂ 'ਚੋਂ ਜੇ ਕੋਈ ਕੁਐਸਚਨ ਘੁੰਮਦਾ ਤਾਂ ਤੁਸੀਂ ਬੜੇ ਆਰਾਮ ਨਾਲ ਆਨਸਰ ਕਰ ਦੋਗੇ। ਇਟਲੀ ਤੋਂ ਸ਼ੁਰੂਆਤ ਹੁੰਦੀ ਆ, ਫਿਰ ਫਰਾਂਸ 'ਚ ਵੀ ਜਾਂਦੀ ਹੈ, ਜਰਮਨ 'ਚ ਵੀ ਜਾਂਦਾ, ਸਵਿਟਜ਼ਰਲੈਂਡ 'ਚ, ਯੂਕੇ ਦੇ ਵਿੱਚ ਵੀ, ਪੂਰੇ ਯੂਰਪ ਦੇ ਵਿੱਚ ਹੀ ਫੈਲ ਜਾਂਦਾ ਲਗਭਗ ਇਹ ਰੈਨੇਸੈਂਸ ਵਾਲਾ ਕੰਸੈਪਟ। ਅੱਗੇ ਆ ਗਿਆ ਮੋਨਾਲੀਸਾ। ਮੋਨਾਲੀਸਾ ਇਜ਼ ਦਾ ਕ੍ਰੀਏਸ਼ਨ ਆਫ, ਕਿਹਦੀ ਕ੍ਰੀਏਸ਼ਨ ਆ ਮੋਨਾਲੀਸਾ? ਦੇਖੋ ਮੋਨਾਲੀਸਾ ਵੀ ਇੱਕ ਇੰਪੋਰਟੈਂਟ ਆਪਣੇ ਆਪ ਦੇ ਵਿੱਚ ਕੁਐਸਚਨ ਹੈ। ਮੋਨਾਲੀਸਾ ਕੁਝ ਨਹੀਂ ਹੈਗਾ, ਇੱਕ ਪੇਂਟਿੰਗ ਹੈ, ਠੀਕ ਹੈ। ਪੇਂਟਿੰਗ ਬਣਾਈ ਹੋਈ ਹੈ ਉਸ ਰੈਨੇਸੈਂਸ ਵਾਲੇ ਦੌਰ ਨੂੰ ਦਰਸਾਉਣ ਵਾਸਤੇ, ਜਿਹੜੀ ਦਰਸਾਉਂਦੀ ਹੈ ਉਸ ਵਾਰ ਦੇ ਪੀਰੀਅਡ ਨੂੰ। ਤਾਂ ਉਹ ਕਿਹਦੇ ਦੁਆਰਾ ਬਣਾਈ ਗਈ ਹੈ? ਫੈਕਚੁਅਲ ਸਵਾਲ ਹੈ, ਲਿਓਨਾਰਡੋ ਦਾ ਵਿੰਸੀ। ਲਿਓਨਾਰਡੋ ਦਾ ਵਿੰਸੀ ਨੇ ਇਹ ਜਿਹੜੀ ਮਤਲਬ ਤੁਹਾਡੇ ਕੋਲੇ ਮੋਨਾਲੀਸਾ ਦੀ ਕ੍ਰੀਏਸ਼ਨ ਆ ਇਹ ਕ੍ਰੀਏਟ ਕੀਤੀ ਹੈ। ਸਿੱਧਾ ਫੈਕਚੁਅਲ ਸਵਾਲ ਆ, ਧਿਆਨ 'ਚ ਰੱਖਿਓ। ਇਹ ਸਾਰੇ ਹੀ ਉਸ ਟਾਈਮ ਦੇ, ਜਿਵੇਂ ਮੈਕੈਬਲੀ ਬਹੁਤ ਮਸ਼ਹੂਰ ਹੈ, ਠੀਕ ਹੈ, ਇਹਨੇ ਸਟੇਟ ਬਾਰੇ ਦੱਸਿਆ। ਇਹਦੀਆਂ ਮਤਲਬ ਦਾ ਪ੍ਰਿੰਸ ਕਰਕੇ ਇੱਕ ਕਿਤਾਬ ਆ, ਬੜੀ ਫੇਮਸ ਕਿਤਾਬ ਹੈ ਮੈਕੈਬਲੀ ਦੀ, ਕਿ ਪ੍ਰਿੰਸ ਕਿਹੋ ਜਿਹਾ ਹੋਣਾ ਚਾਹੀਦਾ, ਮਤਲਬ ਜਿਹੜਾ ਐਂਪਰਰ ਹੈ, ਐਂਪਰਰ ਕੋਲੇ ਕਿਹੜੀਆਂ ਪਾਵਰਸ ਹੋਣੀਆਂ ਚਾਹੀਦੀਆਂ ਜਾਂ ਕਿਹੋ ਜਿਹਾ ਉਹ ਹੋਣਾ ਚਾਹੀਦਾ। ਇਸ ਚੀਜ਼ ਦਾ ਜ਼ਿਕਰ ਮੈਕੈਬਲੀ ਨੇ ਆਪਣੀ ਦਾ ਪ੍ਰਿੰਸ ਕਿਤਾਬ ਦੇ ਵਿੱਚ ਕੀਤਾ, ਠੀਕ ਹੈ। ਅੱਗੇ ਆ ਜਾਓ, ਅਗਲੇ ਕੁਐਸਚਨ ਤੇ ਚੱਲਦੇ ਹਾਂ। ਆ ਲਓ, ਮੈਂ ਤੁਹਾਨੂੰ ਦੱਸ ਹੀ ਰਿਹਾ ਸੀ ਕਿ ਇਹ ਕੁਐਸਚਨ ਹੈ ਇਹਦੇ ਵਿੱਚ, ਤਾਂ ਹੀ ਮੈਂ ਉੱਥੇ ਛੱਡਤਾ ਸੀ ਕਿ ਪੋਪ ਦੀ ਸੀਟ ਕਿੱਥੇ ਹੈ। ਪੋਪ ਦੀ ਸੀਟ ਰੋਮ ਦੇ ਵਿੱਚ ਹੈ। ਪੋਪ ਦੀ ਸੀਟ ਕਿੱਥੇ ਹੈ? ਰੋਮ ਦੇ ਵਿੱਚ। ਮਤਲਬ ਦਾ ਆਨਸਰ ਲਿਖਿਆ, ਹਾਂ ਲਿਖਿਆ ਰੋਮ ਦੇ ਵਿੱਚ ਆ, ਧਿਆਨ ਰੱਖਿਓ। ਵੈਸੇ ਵੈਟੀਕਨ ਸਿਟੀ ਹੈ, ਉੱਥੇ ਅੱਜ ਦੇ ਟਾਈਮ ਪੋਪ ਸਥਿਤ ਨੇ। ਊਂ ਤਾਂ ਉਹ ਰੋਮ ਦੇ ਇਹਦੇ ਅੰਡਰ ਹੀ ਪੈਂਦੇ ਆ, ਪਰ ਉਹਨਾਂ ਨੂੰ ਇੱਕ ਅਲੱਗ ਤੋਂ ਦਿੱਤਾ ਹੋਇਆ ਕਿ ਉਹ ਆਪਦੇ ਉਸ ਵੈਟੀਕਨ ਸਿਟੀ ਨੂੰ ਖੁਦ ਕੰਟਰੋਲ ਕਰਦੇ ਆ, ਉਹਦਾ ਪੂਰਾ ਕੰਟਰੋਲ ਉਹਨਾਂ ਦੇ ਹੱਥ 'ਚ ਹੀ ਰਹਿੰਦਾ ਹੈ, ਠੀਕ ਹੈ। ਤਾਂ ਇਹ ਸੀਟ ਨੂੰ ਧਿਆਨ 'ਚ ਰੱਖਿਓ ਪੋਪ ਦੀ ਨੂੰ, ਇਹ ਵੀ ਪੇਪਰ 'ਚ ਕਾਫੀ ਵਾਰ ਰਿਪੀਟ ਹੋਇਆ ਹੋਇਆ ਸਵਾਲ ਹੈ। ਲਓ ਜੀ, ਆ ਗਿਆ ਮਾਰਟਿਨ ਲੂਥਰ। ਪਿੱਛੇ ਮੈਂ ਮਾਰਟਿਨ ਲੂਥਰ ਦੀ ਪੂਰੀ ਕਹਾਣੀ ਸੁਣਾਤੀ ਕਿ ਕੌਣ ਸੀ, ਠੀਕ ਹੈ, ਰੈਨੇਸੈਂਸ ਲੈ ਕੇ ਆਉਣ ਵਾਲਾ ਬੰਦਾ ਮਾਰਟਿਨ ਲੂਥਰ। ਹੁਣ ਹੀ ਮੈਂ ਤੁਹਾਨੂੰ ਦੱਸਿਆ ਕਿ ਜਿਹੜੇ ਰੈਨੇਸੈਂਸ ਲਿਆਉਣ ਦੇ ਵਿੱਚ ਰੋਲ ਅਦਾ ਕਰਦੇ ਸੀ ਉਹਨਾਂ ਨੂੰ ਕੀ ਬੋਲਿਆ ਜਾਂਦਾ ਸੀ? ਪ੍ਰੋਟੈਸਟੈਂਟਸ। ਪ੍ਰੋਟੈਸਟੈਂਟਸ ਬੋਲਿਆ ਗਿਆ ਉਹਨਾਂ ਨੂੰ। ਤਾਂ ਇੱਥੇ ਕੀ ਹੋਣਾ ਚਾਹੀਦਾ? ਕੈਥੋਲਿਸਿਜ਼ਮ? ਬਿਲਕੁਲ ਵੀ ਨਹੀਂ, ਠੀਕ ਹੈ। ਪ੍ਰੋਟੈਸਟੈਂਟਿਜ਼ਮ, ਬਿਲਕੁਲ।
ਕੈਥੋਲਿਸਿਜ਼ਮ ਤਾਂ ਉਹੀ ਸੀ ਜਿਹੜੇ ਚਰਚ ਨੂੰ ਫੋਲੋ ਕਰਦੇ ਸੀ, ਪੌਪ ਦੇ ਫੋਲੋਅਰ ਸੀ, ਉਹਨਾਂ ਨੂੰ ਤਾਂ ਇਹ ਬੋਲਿਆ ਜਾਂਦਾ ਸੀਗਾ ਕੈਥੋਲਿਕ ਮਤ ਨਾਲ ਸੰਬੰਧ ਰੱਖਣ ਵਾਲੇ। ਐਂਗਲੀਸੀਇਜ਼ਮ ਕਿਹਨੂੰ ਕਿਹਾ ਜਾਂਦਾ ਸੀ? ਜਿਨ੍ਹਾਂ ਨੇ ਇੰਗਲੈਂਡ ਦੇ ਵਿੱਚ ਰੈਨੇਸੈਂਸ ਲਿਆਂਦੀ। ਇੰਗਲੈਂਡ ਦੇ ਵਿੱਚ ਬੇਸਿਕਲੀ ਰੈਨੇਸੈਂਸ ਨਹੀਂ ਲਿਆਂਦੀ ਸੀ। ਹੋਇਆ ਕੀ ਸੀਗਾ, ਰੈਨੇਸੈਂਸ ਤਾਂ ਆਈ ਹੋਈ ਆ, ਮਾਰਟਿਨ ਲੂਥਰ ਵਰਗੇ ਲੈ ਕੇ ਆਏ। ਹੁਣ ਜਦੋਂ ਇੰਨਾ ਜ਼ਿਆਦਾ ਕਲਰਜੀ ਕਲਾਸ ਦੀ ਡਾਊਨਗ੍ਰੇਡ ਹੋਣਾ ਸ਼ੁਰੂ ਹੋ ਗਿਆ, ਚਰਚਾਂ ਨੂੰ ਲੋਕਾਂ ਨੇ ਮੰਨਣੋਂ ਛੱਡਤਾ, ਤਾਂ ਚਰਚਾਂ ਨੇ ਵੀ ਤਾਂ ਕੋਈ ਨਾ ਕੋਈ ਸਟੈਪ ਚੱਕਿਆ ਹੋਊ। ਉਹਨਾਂ ਦੇ ਵੀ ਤਾਂ ਕੁਝ ਇਹੋ ਜਿਹੇ ਬੰਦੇ ਹੋਣਗੇ ਜਿਨ੍ਹਾਂ ਨੇ ਮਤਲਬ ਇਹਦੇ ਅਗੇਂਸਟ ਖੜੇ ਹੋਏ ਹੋਣਗੇ, ਰੈਨੇਸੈਂਸ ਦੇ ਅਗੇਂਸਟ ਆਪਦੀ ਚਰਚ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਹੋ ਤਾਂ ਕਿ ਲੋਕਾਂ ਨੂੰ ਵਾਪਸ ਜੋੜਿਆ ਜਾਵੇ। ਉਹ ਜਿਹੜੇ ਬੰਦੇ ਸੀ ਉਹਦਾ ਜ਼ਿਕਰ ਪੂਰੀ ਹਿਸਟਰੀ ਦੇ ਵਿੱਚ ਪੜ੍ਹਾਇਆ ਜਾਊ, ਆਪਣੀ ਜਿਹੜੀ ਵਰਲਡ ਹਿਸਟਰੀ ਹੈ ਕਿ ਕਿਵੇਂ ਕਿਵੇਂ ਉਹ ਚੱਲਿਆ। ਪਰ ਇੱਥੇ ਮੈਂ ਸਿਰਫ ਇੰਨਾ ਦੱਸ ਦਿੰਦਾ, ਉਹਨਾਂ ਨੂੰ ਐਂਗਲੀਸ਼ੀਇਜ਼ਮ ਬੋਲਿਆ ਜਾਂਦਾ ਸੀ। ਐਂਗਲੀਕੈਨਿਜ਼ਮ, ਉਹ ਐਂਗਲੀਕੈਨਿਜ਼ਮ ਕਹਾਉਂਦੇ ਸੀ ਜਿਹੜੇ ਅਗੇਂਸਟ ਪ੍ਰੋਟੈਸਟੈਂਟ ਦੇ ਖੜੇ ਹੋਏ ਹੈ, ਉਹ ਆਹੀ ਸੀਗੇ ਕੈਥੋਲਿਸਿਜ਼ਮ ਵਾਲੇ। ਪਰ ਉਹ ਇਹਦੇ ਵਿੱਚ ਸੁਧਾਰ, ਇਹ ਕੈਥੋਲਿਸਿਜ਼ਮ ਉਦੋਂ ਬੋਲਿਆ ਜਾਂਦਾ ਸੀ ਉਹਨਾਂ ਬੰਦਿਆਂ ਨੂੰ ਜਿਹੜੇ ਸੁਧਾਰ ਹੋਣ ਤੋਂ ਪਹਿਲਾਂ ਇਹਨੂੰ ਫੋਲੋ ਕਰ ਰਹੇ ਸੀਗੇ। ਮਤਲਬ ਜਦੋਂ ਰੈਨੇਸੈਂਸ ਨਹੀਂ ਆਈ ਸੀ, ਪ੍ਰੋਟੈਸਟੈਂਟਿਜ਼ਮ ਨਹੀਂ ਆਏ ਸੀ, ਜਾਂ ਇਹਦੇ ਆਉਣ ਵੇਲੇ ਵੀ ਖੜੇ ਸੀਗੇ ਕਿਹਦੇ ਨਾਲ? ਕਲਰਜੀ ਕਲਾਸ ਨਾਲ। ਪਰ ਜਦੋਂ ਸੁਧਾਰ ਤੋਂ ਬਾਅਦ ਵਾਲੇ ਸੀ ਉਹਨਾਂ ਨੂੰ ਕੀ ਕਿਹਾ ਗਿਆ? ਉਹਨਾਂ ਨੂੰ ਅੰਗਲੀਕੀ ਮਤ ਵਾਲੇ ਬੋਲਿਆ ਗਿਆ। ਉਮੀਦ ਕਰਦਾ ਕਿ ਤਿੰਨੋਂ ਟਰਮਸ ਕਲੀਅਰ ਹੋ ਗਈਆਂ ਹੋਣਗੀਆਂ। ਇੱਥੇ ਇੱਕ ਪੁੱਛਿਆ ਤੁਹਾਡੇ ਤੋਂ ਕਿਵੇਂ ਵੀ ਘੁਮਾ ਕੇ ਕੁਐਸਚਨ ਪੁੱਛ ਸਕਦੇ ਸੀ, ਠੀਕ ਹੈ। ਇਹ ਕਿਹਨੂੰ ਕਿਹਾ ਜਾਂਦਾ, ਇਹ ਕਿਹਨੂੰ ਕਿਹਾ ਜਾਂਦਾ, ਇਹ ਕਿਹਨੂੰ ਕਿਹਾ ਜਾਂਦਾ, ਤਿੰਨੇ ਗੱਲਾਂ ਸਾਨੂੰ ਕਲੀਅਰ ਹੋਣ। ਲਓ ਜੀ ਅੱਗੇ ਚੱਲਦੇ ਹਾਂ। 28ਵਾਂ ਕੁਐਸਚਨ, ਵੈਨ ਡਿਡ USA ਮਿਲੀਟਰੀਲੀ ਜੁਆਇਨ ਦਾ ਵਰਲਡ ਵਾਰ 1? ਦੇਖੋ ਵਰਲਡ ਵਾਰ 1 1914 ਤੋਂ ਲੈ ਕੇ 1918 ਤੱਕ ਚੱਲੀ ਹੈ, ਠੀਕ ਹੈ। ਯੂਜ਼ਲੀ ਕੀ ਸੀਗਾ, ਕਿੱਥੋਂ ਵਰਲਡ ਵਾਰ 1 ਸ਼ੁਰੂ ਹੁੰਦੀ ਹੈ, ਥੋੜਾ ਜਿਹਾ ਆਈਡੀਆ ਦੇਣ ਦੀ ਕੋਸ਼ਿਸ਼ ਕਰੂੰਗਾ। ਵੈਸੇ ਮੈਂ ਇੰਨੇ ਥੋੜੇ ਟਾਈਮ 'ਚ ਸਮੇਟ ਤਾਂ ਨਹੀਂ ਸਕਦਾ ਪੂਰੀ ਵਰਲਡ ਵਾਰ ਨੂੰ 1 ਨੂੰ। ਬੇਸਿਕਲੀ ਹੁੰਦਾ ਕੀ ਹੈ ਕਿ ਫਰਦੀਨੰਦ ਸੀਗਾ। ਫਰਦੀਨੰਦ ਕਿੱਥੋਂ ਬਿਲੋਂਗ ਕਰਦਾ ਸੀਗਾ? ਇਹਦੀ ਅਸੈਸੀਨੇਸ਼ਨ ਹੁੰਦੀ ਹੈ ਬੇਸਿਕਲੀ ਆਸਟਰੀਆ ਦਾ ਪ੍ਰਿੰਸ ਕਹਿ ਲਓ ਜਾਂ ਉੱਤਰਾਧਿਕਾਰੀ ਸੀ। ਮਤਲਬ ਜੋ ਐਟ ਪ੍ਰੈਜ਼ੈਂਟ ਆਸਟਰੀਆ ਦੇ ਵਿੱਚ ਰਾਜਾ ਸੀ ਉਹਦਾ ਉੱਤਰਾਧਿਕਾਰੀ ਸੀ ਇਹ ਫਰਦੀਨੰਦ। ਇਹਦਾ ਅਸੈਸੀਨੇਸ਼ਨ ਕਰ ਦਿੱਤਾ ਜਾਂਦਾ ਸਰਬੀਆ ਦੇ ਕੁਝ ਬੰਦਿਆਂ ਦੁਆਰਾ। ਸਰਬੀਆ ਦੇਸ਼ ਹੈ, ਸਰਬੀਆ ਦੇ ਕੁਝ ਬੰਦਿਆਂ ਦੁਆਰਾ। ਡਜੋਕੋਵਿਕ ਨਾਮ ਸੁਣਿਆ ਹੋਣਾ ਤੁਸੀਂ ਨੇ, ਕਿੱਦਾਂ ਮਸ਼ਹੂਰ ਪਲੇਅਰ ਆ ਸਰਬੀਆ ਦਾ ਜਿਹੜਾ ਟੈਨਿਸ ਖੇਡਦਾ, ਠੀਕ ਹੈ, ਬੜੇ ਮੈਡਲ ਜਿੱਤਦਾ, ਉਹ ਦੇਸ਼ ਦੀ ਗੱਲ ਕਰ ਰਿਹਾ। ਇਹਦੇ ਕੁਝ ਬੰਦੇ ਇਹ ਕਿਸੇ ਫੇਅਰ ਮੇਲੇ ਦੇ ਵਿੱਚ ਗਏ ਹੁੰਦੇ ਨੇ ਤੇ ਉੱਥੇ ਦੇ ਤੇ ਅਟੈਕ ਹੋ ਜਾਂਦਾ ਤੇ ਇਹਨਾਂ ਨੂੰ ਅਸੈਸੀਨੇਟ ਕਰ ਦਿੱਤਾ ਜਾਂਦਾ ਤੇ ਉਸ ਤੋਂ ਖਫਾ ਹੋ ਕੇ ਆਸਟਰੀਆ ਫਿਰ ਸਰਬੀਆ ਦੇ ਉੱਤੇ ਅਟੈਕ ਬੋਲ ਦਿੰਦਾ। ਆਸਟਰੀਆ ਦੇ ਕੋਲੇ ਜਰਮਨ ਦੀ ਸਪੋਰਟ ਹੁੰਦੀ ਹੈ, ਜਰਮਨੀ ਦੀ। ਸਰਬੀਆ ਅਲਾਈ ਹੁੰਦਾ ਦੂਸਰੇ ਪਾਸੇ ਇੰਗਲੈਂਡ ਦਾ। ਇਹਦੀ ਸਪੋਰਟ ਲਈ ਜਰਮਨ ਖੜਾ ਹੋ ਜਾਂਦਾ ਪਿੱਛੇ, ਇਹਦੀ ਸਪੋਰਟ ਲਈ ਇੰਗਲੈਂਡ ਖੜਾ ਹੋ ਜਾਂਦਾ ਪਿੱਛੇ। ਫਿਰ ਜੁੜਦੇ ਜਾਂਦੇ ਨੇ ਇਹਦੇ ਨਾਲ ਇਟਲੀ ਵਗੈਰਾ, ਉਹ ਦੇਸ਼ ਜੋ ਜਾ ਜੁੜਦੇ ਨੇ। ਇਧਰਲੇ ਪਾਸੇ ਚੇਨ ਦੇ ਵਿੱਚ ਫਰਾਂਸ ਆ ਜਾਂਦਾ ਹੈ, ਹਲੇ ਐਂਟਰੀ ਨਹੀਂ ਹੋਈ ਹੁੰਦੀ USA ਦੀ। ਇਹਦੇ ਨਾਲ ਪਹਿਲਾਂ ਰਸ਼ੀਆ ਵੀ ਆਉਂਦਾ ਹੈ। ਰਸ਼ੀਆ 1917 ਤੱਕ ਰਹਿੰਦਾ ਹੈ, 17 ਤੱਕ ਮੰਨ ਲਓ। ਪਰ 17 ਦੇ ਵਿੱਚ ਜਰਮਨ ਨਾਲ ਸਮਝੌਤਾ ਹੋ ਜਾਂਦਾ, ਰਸ਼ੀਆ ਆਪਣੇ ਆਪ ਨੂੰ ਬਾਹਰ ਕਰ ਲੈਂਦਾ ਹੈ। ਤਾਂ ਇਹ ਜਿਹੜੀ ਲੀਗ ਸੀ, ਜਿਹੜਾ ਇਹ ਵਾਲਾ ਪਾਸਾ ਸੀਗਾ, ਹੁਣ ਇਹਨਾਂ ਨੂੰ ਸਪੈਸੀਫਿਕਲੀ ਨਾਮ ਵੀ ਦਿੱਤਾ ਗਿਆ। ਇੱਕ ਮੇਰੇ ਕੋਲੇ ਸੈਂਟਰਲ ਪਾਵਰ ਸੀ, ਇੱਕ ਅਲਾਈਡ ਪਾਵਰ ਸੀਗੀਆਂ। ਜਿਹੜੀ ਜਰਮਨ ਵਾਲੀ ਟੀਮ ਸੀ ਇਹਨਾਂ ਨੂੰ ਸੈਂਟਰਲ ਪਾਵਰਸ ਬੋਲਿਆ ਗਿਆ। ਸੈਂਟਰਲ ਪਾਵਰਸ, ਗਰਮੀ ਬਹੁਤ ਜ਼ਿਆਦਾ ਆ ਯਾਰ, ਇੱਕ ਸੈਕਿੰਡ, ਇਹਨੂੰ ਬੋਲਿਆ ਗਿਆ ਸੈਂਟਰਲ ਪਾਵਰਸ। ਤੇ ਜਿਹੜੀ ਆਹ ਵਾਲੀ ਲੀਗ ਸੀ ਜਿਹਦੇ ਵਿੱਚ ਸਰਬੀਆ ਆ ਗਿਆ, UK ਆ ਗਿਆ, ਠੀਕ ਆ, ਬਾਅਦ ਦੇ ਵਿੱਚ ਹੁਣ USA ਵੀ ਦੱਸੂਗਾ ਕਿਵੇਂ ਐਂਟਰ ਹੁੰਦਾ, ਇਹਨੂੰ ਬੋਲਿਆ ਗਿਆ ਅਲਾਈਡ, ALLIED, ਅਲਾਈਡ ਪਾਵਰ। ਅਲਾਈਡ ਪਾਵਰ ਤੇ ਸੈਂਟਰਲ ਪਾਵਰ। ਤੁਹਾਡੇ ਤੋਂ ਪੁੱਛਿਆ ਜਾ ਸਕਦਾ ਪੇਪਰ 'ਚ ਕਿ ਸੈਂਟਰਲ ਪਾਵਰ 'ਚ ਕਿਹੜੇ ਦੇਸ਼ ਸੀਗੇ ਜਾਂ ਅਲਾਈਡ ਪਾਵਰ 'ਚ ਕਿਹੜੇ ਸੀਗੇ। ਤਾਂ ਇੱਕ ਪਾਸੇ ਜਰਮਨ ਹੋ ਗਿਆ, ਆਸਟਰੀਆ ਹੋ ਗਿਆ, ਇਟਲੀ ਹੋ ਗਿਆ, ਇਹ ਵਰਗੇ ਦੇਸ਼ ਖੜੇ ਸੀਗੇ। ਤੇ ਦੂਜੀ ਸਾਈਡ ਤੇ ਮੇਰੇ ਕੋਲੇ ਸਰਬੀਆ ਹੋ ਗਿਆ, UK ਹੋ ਗਿਆ, ਮੇਰੇ ਕੋਲੇ ਬਾਅਦ 'ਚ USA ਵੀ ਜੁੜੂਗਾ, ਫਰਾਂਸ ਹੋ ਗਿਆ। ਇਹ ਸਾਰੇ ਦੇਸ਼ ਸੀਗੇ ਜਿਹੜੇ ਕਿ ਮੇਰੇ ਕੋਲੇ ਅਲਾਈਡ ਪਾਵਰਸ ਕਹਾਉਂਦੇ ਸੀ। ਹੁਣ ਹੁੰਦਾ ਕੀ ਹੈ, 1917 ਦੇ ਵਿੱਚ 2 ਇੰਸੀਡੈਂਟ ਹੁੰਦੇ ਨੇ। ਉਹ 2 ਇੰਸੀਡੈਂਟ, ਇੱਕ ਮਿੰਟ, ਕਿਹੜੇ ਇਹੋ ਜਿਹੇ 2 ਇੰਸੀਡੈਂਟ ਹੁੰਦੇ ਨੇ ਉਹਨਾਂ ਤੇ ਆਪਾਂ ਚਾਨਣਾ ਪਾਉਂਦੇ ਆ। ਪਹਿਲਾ ਤਾਂ ਕੀ ਸੀਗਾ, ਇੱਕ ਸ਼ਿਪ ਸੀਗਾ ਲੂਸੀਟਾਨਾ, ਨਾਮ ਨੋਟ ਕਰ ਲਿਓ, ਲੂਸੀਟਾਨਾ ਸ਼ਿਪ। ਇਹ ਸ਼ਿਪ ਨੂੰ, ਜਿਹੜਾ ਲੂਸੀਟਾਨਾ ਸ਼ਿਪ ਸੀਗਾ, ਇਹਦੇ ਉੱਤੇ ਜਰਮਨ ਅਟੈਕ ਕਰ ਦਿੰਦਾ ਹੈ। ਸ਼ਿਪ ਤਾਂ ਸੀਗਾ UK ਦਾ, USA ਦਾ ਸ਼ਿਪ ਨਹੀਂ ਸੀਗਾ, UK ਦਾ ਹੀ ਸ਼ਿਪ ਸੀਗਾ।
ਤੇ ਇਹਦੇ ਤੇ ਜਦੋਂ ਅਟੈਕ ਕਰ ਦਿੱਤਾ ਜਾਂਦਾ, ਇਹਦੇ ਵਿੱਚ 100+ ਬੰਦੇ ਅਮਰੀਕਾ ਦੇ ਸਵਾਰ ਸੀਗੇ, ਉਹ ਮਾਰੇ ਜਾਂਦੇ ਨੇ। ਇੱਕ ਕਾਰਨ ਤਾਂ ਇਹ ਬਣਦਾ ਕਿ USA ਦੇ ਵਿੱਚ ਕੁੱਦਦਾ ਹੈ। ਦੂਜਾ ਕਾਰਨ ਇੱਕ ਜ਼ਿਮੀਗਰਿਨ, ਐਗਜ਼ੈਕਟਲੀ ਉਹਦੇ ਜਿਹੜੇ ਸਪੈਲਿੰਗ ਨੇ ਮੈਂ ਤੁਹਾਨੂੰ ਦੱਸਦਾ ਕਿ ਕੀ ਸਪੈਲਿੰਗ ਸੀਗੇ। ਜਿਹੜਾ ਦੂਸਰਾ ਕਾਰਨ ਬਣਦਾ ਉਹ ਬਣਦਾ ਜ਼ਿਮਰਮਨ ਕਹਿੰਦੇ ਆ ਮੇਰੇ ਖਿਆਲ 'ਚ। ਇੱਕ ਸੈਕਿੰਡ ਮੈਨੂੰ ਯਾਦ ਕਰਨ ਦਿਓ। ਹਾਂ, ਨੋਟ ਕਰੋ, ਜ਼ਿਮਰਮਨ ਟੈਲੀਗ੍ਰਾਮ। ਇਹਨੂੰ ਇੰਟਰਸੈਪਟ ਕਰ ਲੈਂਦੇ ਨੇ। ਕੀ ਮਤਲਬ ਆਪਸ ਦੇ ਵਿੱਚ ਮੈਕਸੀਕੋ ਅਮਰੀਕਾ ਦੇ ਨਾਲ ਲੱਗਦਾ, ਬਿਲਕੁਲ ਤੁਹਾਨੂੰ ਪਤਾ ਹੋਊਗਾ। ਮੈਕਸੀਕੋ ਦੇ ਵਿੱਚ ਜਰਮਨ ਦੇ ਕੁਝ ਜਰਨਲ ਗੱਲ ਕਰ ਰਹੇ ਹੁੰਦੇ ਨੇ, ਜਿਹੜੀ ਇੰਟਰਸੈਪਟ ਕਰ ਲੈਂਦੇ ਨੇ, ਜਿਹਨੂੰ ਮਤਲਬ ਹਵਾ ਦੇ ਵਿੱਚੋਂ ਫੜ ਲੈਂਦੇ ਨੇ ਗੱਲ ਨੂੰ। ਕੌਣ ਫੜ ਲੈਂਦਾ ਹੈ ਗੱਲ? ਉਹ ਫੜ ਲਈ ਜਾਂਦੀ ਆ ਇੰਗਲੈਂਡ ਦੁਆਰਾ। ਉਹਦੇ ਵਿੱਚ ਕੀ ਕਿਹਾ ਜਾ ਰਿਹਾ ਹੁੰਦਾ, ਇਹਨੂੰ ਮੈਕਸੀਕੋ ਨੂੰ ਨਿਯੋਤਾ ਦਿੰਦਾ ਜਰਮਨ ਵੀ ਜਿਹੜੇ ਅਮਰੀਕਾ ਨੇ ਤੇਰੇ ਏਰੀਆ ਦੇ ਉੱਤੇ ਕਬਜ਼ਾ ਕੀਤਾ ਹੋਇਆ, ਅਸੀਂ ਉਹ ਤੇਰੇ ਕਬਜ਼ੇ ਨੂੰ ਛਡਵਾ ਦਾਂਗੇ, ਠੀਕ ਹੈ, ਪਰ ਤੈਨੂੰ ਸਾਡਾ ਸਾਥ ਦੇਣਾ ਪਊ ਇਸ ਜੰਗ ਦੇ ਵਿੱਚ। ਜਦੋਂ ਇਹ ਚੀਜ਼ ਸਾਹਮਣੇ ਆਉਂਦੀ ਹੈ, ਇਹੀ ਚੀਜ਼ ਜਦੋਂ ਸਾਹਮਣੇ ਅਮਰੀਕਾ ਦੇ ਰੱਖ ਦਿੰਦਾ UK, ਤੇ ਦੂਜਾ ਆ ਲੁਸੀਟਾਨੀਆ ਸ਼ਿਪ ਵਾਲੀ ਕਹਾਣੀ ਹੋ ਜਾਂਦੀ ਹੈ। ਫਿਰ 1917 ਦੇ ਵਿੱਚ ਜਾ ਕੇ ਕੁੱਦ ਜਾਂਦਾ ਹੈ ਅਮਰੀਕਾ। ਕਿਹਦੇ ਵਿੱਚ? World War I ਦੇ ਵਿੱਚ। ਬੜਾ ਮਹੱਤਵਪੂਰਨ ਕੁਐਸਚਨ ਹੈ, ਤੁਹਾਡੇ ਤੋਂ ਇਹਦੇ ਰਿਲੇਟਡ ਪੁੱਛਿਆ ਜਾ ਸਕਦਾ, ਇਹਦੇ ਰਿਲੇਟਡ ਪੁੱਛਿਆ ਜਾ ਸਕਦਾ। ਸਾਲ ਤਾਂ ਇਹਨਾਂ ਨੇ ਪੁੱਛ ਹੀ ਲਿਆ, ਤਾਂ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਬਣ ਸਕਦਾ। ਆਹੀ 3-4 ਮੇਨ ਕੁਐਸਚਨ ਬਣਦੇ ਨੇ ਅਮਰੀਕਾ ਦੇ ਐਂਗਲ ਤੋਂ, ਜੇ World War I ਦੇ ਵਿੱਚ ਆਪਾਂ ਦੇਖੀਏ। ਬਾਕੀ ਤਾਂ ਦੇਖੋ ਇੰਨੀ ਡਿਟੇਲ 'ਚ ਮੈਂ ਪਹਿਲੀ ਦੱਸਿਆ ਕਿ ਮੈਂ ਕੁਐਸਚਨ ਦੀ ਡਿਟੇਲ 'ਚ ਜਾ ਸਕਦਾ, ਪਰ ਓਵਰਆਲ ਜੇ ਮੈਂ World War I ਸਮਝਾਉਣ ਦੀ ਕੋਸ਼ਿਸ਼ ਕਰਾਂ, ਉਹ ਫਿਜ਼ੀਬਲ ਨਹੀਂ ਹੈਗਾ ਇਸ ਲੈਕਚਰ 'ਚ ਆਪਣੇ ਲਈ। ਅੱਗੇ ਚੱਲਦੇ ਹਾਂ। ਜਦੋਂ ਇਹ ਹੋਇਆ World War II, ਅੱਛਾ 2 ਦੀ ਗੱਲ ਆ ਗਈ। 2 ਦੇ ਬਾਰੇ ਸਾਨੂੰ ਪਤਾ ਹੋਵੇ 1939 ਤੋਂ ਲੈ ਕੇ 45 ਤੱਕ World War II ਚੱਲਦੀ ਹੈ ਮੇਰੇ ਕੋਲੇ, ਠੀਕ ਹੈ। World War II ਦੇ ਵਿੱਚ ਤੁਸੀਂ ਨੇ ਦੱਸਣਾ ਕਿ ਪ੍ਰੈਜ਼ੀਡੈਂਟ ਕੌਣ ਸੀ USA ਦਾ ਡਿਊਰਿੰਗ World War II। ਤਾਂ ਇਹਦਾ ਕਰੈਕਟ ਆਨਸਰ ਹੈਗਾ ਰੂਜ਼ਵੇਲਟ। ਗਲਤ ਬੋਲ ਗਿਆ ਮੈਂ, ਇਹ ਹੈ FD, ਫਰੈਂਕਲਿਨ ਰੂਜ਼ਵੇਲਟ ਸੀਗਾ। D ਮਤਲਬ C ਆਨਸਰ ਹੈ ਕਰੈਕਟ। ਇਹ ਥੀਓਡੋਰ ਰੂਜ਼ਵੇਲਟ ਅਲੱਗ ਬੰਦਾ ਸੀਗਾ। ਫਰੈਂਕਲਿਨ, F ਫॉर ਫਰੈਂਕਲਿਨ ਰੂਜ਼ਵੇਲਟ ਸੀਗਾ। ਇਹਨੂੰ ਵੈਸੇ ਵੀ ਯਾਦ ਰੱਖਿਓ, ਜਿਹੜੀ ਸਾਡੇ ਕੋਲ ਟਰਮ ਆ ਨਾ UN, ਯਾਨੀ ਕਿ ਯੂਨਾਈਟਿਡ ਨੇਸ਼ਨ, ਪੰਜਾਬੀ 'ਚ ਆਪਾਂ ਕਹਿੰਦੇ ਨੇ ਸੰਯੁਕਤ ਰਾਸ਼ਟਰ। ਇੱਕ ਸਵਾਲ ਬਣਦਾ ਹੁੰਦਾ ਕਿ ਸੰਯੁਕਤ ਰਾਸ਼ਟਰ ਟਰਮ ਕਿਹਨੇ ਕੁਆਇਨ ਕੀਤੀ ਸੀ, ਇਹਦਾ ਜਨਮਦਾਤਾ ਕੌਣ ਸੀ, ਕਿਹਨੇ ਇਹ ਸ਼ਬਦ ਲੈ ਕੇ ਆਇਆ ਸੀਗਾ? ਤਾਂ ਉਹ ਵੀ ਇਹੀ ਬੰਦਾ ਸੀਗਾ, ਫਰੈਂਕਲਿਨ ਰੂਜ਼ਵੇਲਟ। ਕੌਣ ਸੀਗਾ ਇਹ? ਅਮਰੀਕਾ ਦਾ ਰਾਸ਼ਟਰਪਤੀ ਸੀਗਾ ਜਦੋਂ World War II ਦੇ ਟਾਈਮ ਦੇ ਉੱਪਰ। ਇੰਪੋਰਟੈਂਟ ਸਵਾਲ ਆ, ਦੋਨੋਂ ਸਵਾਲ ਇੰਪੋਰਟੈਂਟ ਆ, ਜਿਹੜਾ ਮੈਂ ਦੱਸਿਆ ਦੂਜੇ ਨੂੰ ਵੀ ਧਿਆਨ 'ਚ ਰੱਖਿਓ। World War I ਦੇ ਵਿੱਚ ਅਗਲਾ ਸਵਾਲ ਮੇਰੇ ਕੋਲੇ ਕੀ ਹੈ? ਚਲੋ ਇਹ ਡਿਸਕਸ਼ਨ ਨੂੰ ਆਪਾਂ ਇੱਥੇ ਹੀ ਰੋਕਦੇ ਹਾਂ, ਉਸ ਤੋਂ ਬਾਅਦ ਅਗਲੇ ਲੈਕਚਰ ਦੇ ਵਿੱਚ ਆਪਾਂ ਆਪਣੀ ਡਿਸਕਸ਼ਨ ਕਰਾਂਗੇ। ਤਾਂ ਇਹ ਡਿਸਕਸ਼ਨ ਆਪਣੀ ਅੱਜ ਦੀ ਇੱਥੇ ਤੱਕ ਹੀ ਸੀ। ਉਮੀਦ ਹੈ ਕਿ ਤੁਹਾਨੂੰ ਇਹਦੇ ਵਿੱਚੋਂ ਕਾਫੀ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਊਗਾ। ਬਾਕੀ ਫਰਦਰ ਕੁਐਸਚਨਸ ਨੂੰ ਆਪਾਂ ਅਗਲੇ ਪਾਰਟ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਪੇਸ਼ੈਂਸ ਨਾਲ ਸੁਣਿਆ, ਉਹਦਾ ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ।